विद्यार्थियों, इस लैक्चर दे विच आपां जर्नल एंट्रीज शुरू करन जा रहे हैं। जर्नल एंट्रीज जर्नल नाम की किताब दे विच पुस्तक दे विच कीतियां जांदियां ने, जिस मुढ़ले इंदराज कीते जांदे आ जां रिकॉर्डिंग की जाती है। और ये सब तो महत्वपूर्ण अध्याय है। जेकर मैं कहा कि इस अध्याय के उत्ते सारी अकाउंटिंग की बुनियाद टिकी हुई है। जदों सानू सही तरीके नाल जर्नल एंट्रीज करनियां आ गईयां तां ये समझ लो बाकी सारी की सारी अकाउंटिंग साडे लई किसी भी तरीके नाल औखी नहीं रहेगी। मैं बहुत हौली हौली ये सारियां एंट्रीज तुहानूं 5-7 लैक्चरस दे विच समझावांगा करावांगा, क्योंकि जिन्ना चिर इन्हां दे उत्ते तुहाडी सही पकड़ नहीं बनदी उन्ना चिर असीं अकाउंटिंग नूं वधिया तरीके नाल समझ नहीं सकते। और इस तो जो अगलियां सारियां स्क्रीनस होणगियां उहदे विच मेरियां प्रैजेंटेशन दे नाल नाल मेरी सिर्फ आडियो वॉइस होवेगी तां जो तुहाडा फोकस बेहतर बनिया रहे। Journal is a book of original entry in which all business transactions are recorded systematically. The word journal has been derived from the French word jour, which means a day. Thus, journal means a book which records all monetary transactions on a daily basis. ਸੋ ਇਸ ਦਾ ਭਾਵ ਇਹ ਹੈ ਕਿ ਰੋਜ਼ਨਾਮਚਾ, ਜਿਸ ਨੂੰ ਅਸੀਂ ਜਰਨਲ ਆਖਦੇ ਹਾਂ, ਇਹ ਮੁੱਢਲੇ ਲੇਖਿਆਂ ਦੀ ਇੱਕ ਪੁਸਤਕ ਹੈ ਜਿਸ ਦੇ ਵਿੱਚ ਸਾਰੇ ਵਪਾਰਕ ਲੈਣ ਦੇਣ ਇੱਕ ਕਰਮ ਅਨੁਸਾਰ ਦਰਜ ਕੀਤੇ ਜਾਂਦੇ ਨੇ। ਜਰਨਲ ਸ਼ਬਦ ਫਰਾਂਸੀਸੀ ਸ਼ਬਦ ਜੋਰ ਤੋਂ ਲਿਆ ਗਿਆ ਹੈ ਜਿਸ ਦਾ ਭਾਵ ਇੱਕ ਦਿਨ ਹੈ। ਸੋ ਰੋਜ਼ਨਾਮਚਾ ਇੱਕ ਅਜਿਹੀ ਪੁਸਤਕ ਹੈ ਜਿਸ ਵਿੱਚ ਵਪਾਰ ਦੇ ਸਾਰੇ ਲੈਣ ਦੇਣ, ਉਹ ਲੈਣ ਦੇਣ ਜਿਨ੍ਹਾਂ ਨੂੰ ਪੈਸੇ ਦੇ ਰੂਪ ਵਿੱਚ ਮਾਪਿਆ ਜਾ ਸਕਦਾ, ਉਹਨਾਂ ਨੂੰ ਅਸੀਂ ਰੋਜ਼ਾਨਾ ਪੱਧਰ 'ਤੇ ਦਰਜ ਕਰਦੇ ਹਾਂ। ਇਹ ਰੋਜ਼ਾਨਾ ਪੱਧਰ ਤੋਂ ਭਾਵ ਕੀ ਹੋ ਗਿਆ ਕਿ ਮਿਤੀ ਅਨੁਸਾਰ ਦਰਜ ਕੀਤਾ ਜਾਂਦਾ। ਪਹਿਲਾਂ 1 ਅਪ੍ਰੈਲ ਦੀ ਟ੍ਰਾਂਜੈਕਸ਼ਨ, ਫਿਰ 2 ਦੀ, ਫਿਰ 3 ਦੀ, ਫਿਰ 4 ਦੀ। ਹਰ ਰੋਜ਼ ਜਿਹੜੀ ਟ੍ਰਾਂਜੈਕਸ਼ਨ ਹੋਈ ਜਾਏਗੀ, ਜਿਹੜਾ ਲੈਣ ਦੇਣ ਹੋਈ ਜਾਏਗਾ, ਉਸ ਨੂੰ ਰਿਕਾਰਡ ਕੀਤਾ ਜਾਂਦਾ ਰਹੇਗਾ। ਸੋ ਰੋਜ਼ਨਾਮਚਾ ਇੱਕ ਅਜਿਹੀ ਪੁਸਤਕ ਹੈ ਜਿਸ ਵਿੱਚ ਵਪਾਰਕ ਲੈਣ ਦੇਣ ਤਰੀਕ ਅਨੁਸਾਰ ਦਰਜ ਕੀਤੇ ਜਾਂਦੇ ਹਨ। ਜਰਨਲ ਦਾ ਜੋ ਫਾਰਮੈਟ ਹੈ, ਨਮੂਨਾ ਹੈ, ਉਹ ਮੈਂ ਤੁਹਾਨੂੰ ਇੱਥੇ ਦਿਖਾ ਰਿਹਾ, ਜਿਸ ਨੂੰ ਤੁਸੀਂ ਆਪਣੀ ਬੁੱਕ ਕੀਪਿੰਗ ਦੀ ਕਿਤਾਬ ਦੇ ਵਿੱਚ ਵੀ ਦੇਖ ਸਕਦੇ ਹੋ। ਇਸ ਨੂੰ 5 ਖਾਨਿਆਂ ਵਿੱਚ ਵੰਡਿਆ ਜਾਂਦਾ। ਪਹਿਲਾ ਜਿਹੜਾ ਖਾਨਾ ਹੁੰਦਾ ਉਹ ਡੇਟ ਦਾ ਖਾਨਾ ਹੁੰਦਾ। ਇਸ ਦੇ ਵਿੱਚ ਉੱਪਰ ਸਾਲ ਲਿਖ ਲੈਣਾ, ਜਿਵੇਂ ਮੈਂ 2020 ਲਿਖਿਆ, 2020 ਲਿਖਿਆ ਹੈ। ਉਸ ਤੋਂ ਬਾਅਦ ਤਰੀਕ ਲਿਖਣੀ ਸ਼ੁਰੂ ਕਰ ਦੇਵਾਂਗੇ, ਜੁਲਾਈ 5। ਜਿਹੜੀ ਐਂਟਰੀ ਜੁਲਾਈ 5 ਨੂੰ ਕਰਨੀ ਆ ਉਹ ਜੁਲਾਈ 5, ਇਦੋਂ ਅੱਗੇ ਜੁਲਾਈ 6, ਜੁਲਾਈ 7 ਉਸ ਰੂਪ ਵਿੱਚ ਚੱਲਦੀਆਂ ਰਹਿਣਗੀਆਂ। ਤੇ ਜਦੋਂ ਜਰਨਲ ਦਾ ਸਫ਼ਾ ਬਦਲ ਕੇ ਅਗਲੇ ਪੇਜ ਤੇ ਜਾਣਾ, ਫਿਰ ਉੱਤੇ ਸਾਲ ਲਿਖ ਲੈਣਾ। ਇਸੇ ਤਰ੍ਹਾਂ ਜਦੋਂ ਤੁਸੀਂ ਸਫ਼ੇ ਬਦਲਦੇ ਜਾਓਗੇ, ਪੰਨੇ ਬਦਲਦੇ ਜਾਓਗੇ, ਜਰਨਲ ਦੇ ਨਾਮ ਉਸੇ ਰੂਪ ਵਿੱਚ ਲਿਖਦੇ ਜਾਓਗੇ। ਦੂਜਾ ਕਾਲਮ ਹੁੰਦਾ ਪਾਰਟੀਕੂਲਰਸ ਦਾ, ਜਿਹਨੂੰ ਅਸੀਂ ਵਿਵਰਣ ਆਖਦੇ ਹਾਂ। ਵਿਵਰਣ ਦੇ ਵਿੱਚ ਜਿਹੜੀ ਐਂਟਰੀ ਕੀਤੀ ਜਾਂਦੀ ਹੈ, ਜਿਵੇਂ ਮੈਂ ਐਂਟਰੀ ਜਿਹੜੀ ਇਸ ਵਿੱਚ ਕੀਤੀ ਆ, ਫਰਨੀਚਰ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ, ਇਹ ਤੁਹਾਨੂੰ ਅੱਗੇ ਜਾ ਕੇ ਸਮਝ ਆਏਗੀ। ਫਰਨੀਚਰ ਨੂੰ ਡੈਬਿਟ ਕਰਨਾ ਸੀ, ਇਸ 'ਚ ਮੈਂ ਫਰਨੀਚਰ ਨੂੰ ਡੈਬਿਟ ਕਰਤਾ। ਫਰਨੀਚਰ ਪਾ ਕੇ ਅਕਾਊਂਟ ਦਾ ਮੈਂ ਛੋਟਾ ਫਾਰਮੈਟ ਲਿਖਤਾ AC। ਬਿਹਤਰ ਹੈ, ਟੈਕਨੀਕਲੀ ਠੀਕ ਹੈ ਕਿ ਤੁਸੀਂ ਪੂਰਾ ਹੀ ਲਿਖੋ, ਫਰਨੀਚਰ ਅਕਾਊਂਟ ਪਾਓ, ACCOUNT, ਡੈਬਿਟ DR, ਇਹਦੇ ਨਾਲ ਡੈਬਿਟ ਪਾਤਾ। ਟੂ ਕੈਸ਼ ਅਕਾਊਂਟ, ਕੈਸ਼ ਅਕਾਊਂਟ ਨੂੰ ਕ੍ਰੈਡਿਟ ਕੀਤਾ। ਜਿਹਨੂੰ ਕ੍ਰੈਡਿਟ ਕੀਤਾ ਉਹਦੇ ਨਾਲ ਕ੍ਰੈਡਿਟ ਪਾਉਣ ਦੀ ਲੋੜ ਨਹੀਂ, ਉਹਦੇ ਮੂਹਰੇ ਮੈਂ ਕੀ ਪਾਤਾ, ਟੂ। ਇਹਦੇ ਮੂਹਰੇ ਟੂ ਪੈਣਾ। ਹਮੇਸ਼ਾ ਯਾਦ ਰੱਖਿਓ, ਜਿਹੜੀ ਡੈਬਿਟ ਕਰਨੀ ਆ ਉਹਦੇ ਸਾਹਮਣੇ ਨਾਲ ਡੈਬਿਟ ਪਏਗਾ, ਜਿਹੜੀ ਕ੍ਰੈਡਿਟ ਕਰਨੀ ਆ ਉਹਦਾ ਕ੍ਰੈਡਿਟ ਨਹੀਂ ਪਾਉਣਾ। ਟੂ ਕੈਸ਼ ਅਕਾਊਂਟ। ਥੱਲੇ ਫਿਰ ਬ੍ਰੈਕਟ 'ਚ ਲਿਖਤਾ ਵੀ ਇਹ ਕਾਹਦੇ ਲਈ ਐਂਟਰੀ ਕੀਤੀ ਹੈ। ਇਹਨੂੰ ਅਸੀਂ ਨਰੇਸ਼ਨ ਕਹਿੰਦੇ ਹਾਂ, ਨਰੇਸ਼ਨ, ਵਰਣਨ ਟ੍ਰਾਂਜੈਕਸ਼ਨ ਦਾ, ਕਿ ਇਹ ਟ੍ਰਾਂਜੈਕਸ਼ਨ ਕਿਉਂ ਕੀਤੀ, ਐਂਟਰੀ ਕਿਉਂ ਕੀਤੀ। ਪਰਚੇਜ਼ ਆਫ ਮਸ਼ੀਨਰੀ ਫਾਰ ਕੈਸ਼, ਕਿ ਅਸੀਂ ਮਸ਼ੀਨਰੀ ਕੈਸ਼ ਖਰੀਦੀ ਸੀ, ਇਸ ਕਰਕੇ ਅਸੀਂ ਇਹ ਐਂਟਰੀ ਕੀਤੀ ਆ। ਅਗਲਾ ਜਿਹੜਾ ਕਾਲਮ ਹੈਗਾ ਤੀਜਾ, ਉਹ ਹੈਗਾ ਲੈਜਰ ਫੋਲੀਓ। ਲੈਜਰ ਫੋਲੀਓ ਨੂੰ ਪੰਜਾਬੀ 'ਚ ਕਹਿੰਦੇ ਅਸੀਂ ਖਾਤਾ ਵਹੀ ਸਫਾ ਜਾਂ ਖਾਤਾ ਵਹੀ ਪੰਨਾ। ਭਾਵ ਕੀ ਆ ਕਿ ਜਦੋਂ ਤੁਸੀਂ ਐਂਟਰੀਆਂ ਦਾ
ਟ੍ਰਾਂਜੈਕਸ਼ਨਸ ਦਾ ਵਰਗੀਕਰਨ ਕਰਨ ਲਈ ਅੱਗੇ ਲੈ ਕੇ ਜਾਓਗੇ, ਉਹ ਲੈਜਰ ਦੇ ਵਿੱਚ ਕੀਤਾ ਜਾਊਗਾ। ਜਿਹੜੀ ਦੂਜੀ ਪੁਸਤਕ ਆ, ਵਰਗੀਕਰਨ ਕਿੱਥੇ ਹੋਏਗਾ? ਲੈਜਰ ਵਿੱਚ ਹੋਏਗਾ। ਤਾਂ ਅਸੀਂ ਕੀ ਕਰਾਂਗੇ, ਇੱਥੇ ਸਵਾਲਾਂ ਵੇਲੇ ਤਾਂ ਕੁਝ ਨਹੀਂ ਕਰਨਾ, ਪਰ ਜਦੋਂ ਬਿਜ਼ਨਸ ਵਿੱਚ ਅਸਲ 'ਚ ਕੰਮ ਕੀਤਾ ਜਾਂਦਾ ਤਾਂ ਲੈਜਰ ਫੋਲੀਓ ਵਿੱਚ ਉਹ ਪੰਨਾ ਲਿਖਿਆ ਜਾਂਦਾ, ਉਹ ਪੰਨੇ ਦਾ ਨੰਬਰ ਲਿਖਿਆ ਜਾਂਦਾ ਜਿੰਨੇ ਨੰਬਰ ਪੰਨੇ ਤੇ ਇਹ ਐਂਟਰੀ ਨੂੰ ਦਰਜ ਕੀਤਾ ਗਿਆ ਹੈ। ਅੱਗੇ ਹੈ ਚੌਥਾ ਕਾਲਮ ਡੈਬਿਟ ਅਮਾਉਂਟ, ਕਿ ਡੈਬਿਟ ਕਿੰਨਾ ਅਮਾਉਂਟ ਕੀਤਾ। ਪੰਜਵਾਂ ਕਾਲਮ ਹੈਗਾ ਕ੍ਰੈਡਿਟ ਅਮਾਉਂਟ, ਤੇ ਕਾਲਮ ਦੇ ਵਿੱਚ ਰੁਪੀਜ਼ ਨਾਲ ਪਾਉਣਾ, ਯਾਦ ਰੱਖਣਾ ਉੱਤੇ ਇੱਕ ਵਾਰੀ ਜਦੋਂ ਵੀ ਸਫਾ ਬਦਲੋਗੇ ਉੱਤੇ ਰੁਪੀਜ਼ ਨਾਲ ਪਾਉਣਾ। ਤਾਂ ਅਸੀਂ ਕੀ ਲਿਖਿਆ, 500 ਰੁਪਏ ਡੈਬਿਟ 'ਚ ਪਾਤੇ ਫਰਨੀਚਰ ਦੇ ਸਾਹਮਣੇ, ਤੇ ਕ੍ਰੈਡਿਟ 'ਚ ਵੀ 500 ਪਾਤੇ। ਉਹ ਕਿਹਦੇ ਸਾਹਮਣੇ ਪਾਤੇ? ਕੈਸ਼ ਅਕਾਊਂਟ ਦੇ ਸਾਹਮਣੇ ਪਾਤੇ। ਸੋ ਇਹ 5 ਕਾਲਮ ਜਿਹੜੇ ਨੇ ਉਹ ਹਮੇਸ਼ਾ ਤੁਸੀਂ ਬਣਾਉਣੇ ਨੇ ਜਦੋਂ ਜਰਨਲ ਬਣਾਉਣੀ ਆ। ਵੈਸੇ ਜਿਹੜੀ ਕੰਪਿਊਟਰ ਤੇ ਅੱਜ ਕੱਲ੍ਹ ਅਕਾਊਂਟਿੰਗ ਕੀਤੀ ਜਾਂਦੀ ਆ ਉਹ 'ਚ ਜਰਨਲ ਬਣਾਉਣ ਦੀ ਲੋੜ ਨਹੀਂ ਪੈਂਦੀ, ਉਹ ਆਟੋ ਪ੍ਰੋਸੈਸ ਦੇ ਵਿੱਚ ਹੀ ਉੱਥੇ ਜਰਨਲ ਤਿਆਰ ਹੋ ਜਾਂਦੀ ਆ। ਇਹ ਵੀ ਯਾਦ ਰੱਖਣਾ ਕਿ ਜੇ ਅਸੀਂ ਇਹ ਦੇਖਣਾ ਹੋਵੇ ਕਿ ਵਪਾਰ ਦੇ ਵਿੱਚ ਅਸਲ 'ਚ ਜਰਨਲ ਲਾਈ ਜਾਂਦੀ ਆ ਜਾਂ ਨਹੀਂ, ਛੋਟੇ ਵਪਾਰਾਂ 'ਚ ਹੀ ਲੱਗਦੀ ਆ, ਵੱਡੇ ਵਪਾਰਾਂ 'ਚ ਵੱਖ-ਵੱਖ ਕਿਸਮ ਦੀਆਂ ਸਪੈਸ਼ਲਾਈਜ਼ਡ ਜਰਨਲ ਲੱਗ ਜਾਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਸਬਸਿਡਰੀ ਬੁੱਕਸ ਕਹਿੰਦੇ ਆ, ਅੱਗੇ ਪੜਾਂਗੇ। ਉਹ 'ਚ ਕੈਸ਼ ਬੁੱਕ ਵੱਖਰੀ ਹੁੰਦੀ ਆ, ਖਰੀਦ ਬੁੱਕ ਵੱਖਰੀ ਹੁੰਦੀ ਆ, ਸੇਲ ਬੁੱਕ ਵੱਖਰੀ ਹੁੰਦੀ ਆ। ਸੋ ਇਸ ਤਰੀਕੇ ਨਾਲ ਹੁੰਦੀਆਂ ਨੇ। ਫਾਰ ਦਾ ਟਾਈਮ ਬਿੰਗ, ਕਿਉਂਕਿ ਤੁਸੀਂ ਜਰਨਲ ਐਂਟਰੀਆਂ ਸਮਝਣੀਆਂ ਨੇ, ਇਸ ਦੇ ਉੱਤੇ ਸਾਰੀ ਅਕਾਊਂਟਿੰਗ ਖੜੀ ਆ, ਇਸ ਕਰਕੇ ਮੈਂ ਤੁਹਾਨੂੰ ਜਰਨਲ ਦਾ ਇੱਕ ਨਮੂਨਾ ਸਮਝਾਇਆ। ਇਹ 5 ਕਾਲਮਾਂ ਦਾ ਹੁੰਦਾ, ਡੇਟ, ਪਾਰਟੀਕੂਲਰਸ, ਲੈਜਰ ਫੋਲੀਓ, ਡੈਬਿਟ ਅਮਾਉਂਟ, ਕ੍ਰੈਡਿਟ ਅਮਾਉਂਟ, ਔਰ ਇਸ ਤਰੀਕੇ 'ਚ ਤੁਸੀਂ ਇਹਨੂੰ ਤਿਆਰ ਕਰਨਾ ਹੈ। ਹੁਣ ਆਪਾਂ ਦੇਖਦੇ ਹਾਂ ਕਿ ਅਸੀਂ ਕਿਹੜੀ ਚੀਜ਼ ਨੂੰ ਡੈਬਿਟ ਕਰਨਾ, ਕਿਹੜੀ ਚੀਜ਼ ਨੂੰ ਕ੍ਰੈਡਿਟ ਕਰਨਾ। ਇਸ ਨੂੰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਇਹ ਦੇਖੋਗੇ ਕਿ ਇਹ ਕਿਹੜੇ ਅਕਾਊਂਟ ਨਾਲ ਸੰਬੰਧਿਤ ਹੈ। ਪਰਸਨਲ ਅਕਾਊਂਟ ਨਾਲ ਸੰਬੰਧਿਤ ਆ, ਰੀਅਲ ਅਕਾਊਂਟ ਨਾਲ ਸੰਬੰਧਿਤ ਆ, ਜਾਂ ਨੋਮੀਨਲ ਅਕਾਊਂਟ ਨਾਲ ਸੰਬੰਧਿਤ ਆ। ਪਿਆਰੇ ਵਿਦਿਆਰਥੀਓ, ਯਾਦ ਰੱਖਣਾ ਇਹ ਸਾਰੀ ਅਕਾਊਂਟਿੰਗ ਇਹਨਾਂ 3 ਨਿਯਮਾਂ ਦੇ ਉੱਤੇ ਖੜੀ ਆ, ਇਹਨਾਂ 3 ਜਿਹੜੇ ਪ੍ਰਿੰਸੀਪਲਸ ਨੇ ਉਹਨਾਂ ਉੱਤੇ ਖੜੀ ਹੈ। ਇਹਨਾਂ ਨੂੰ ਇੰਗਲਿਸ਼ ਸਿਸਟਮ ਵੀ ਕਹਿੰਦੇ ਆ, ਅਮਰੀਕਨ ਵਾਲਿਆਂ ਨੇ ਇੱਕ ਥੋੜਾ ਜਿਹਾ ਵੱਖਰਾ ਵੀ ਦਿੱਤਾ, ਪਰ ਬੁਨਿਆਦੀ ਤੌਰ ਤੇ ਗੱਲ ਇੱਕੋ ਆ। ਸਮਝਣ ਲਈ ਜੇ ਸਾਰੀ ਅਕਾਊਂਟਿੰਗ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਨਾ ਤਾਂ ਇਹ 3 ਨਿਯਮ ਦਿਮਾਗ 'ਚ ਵਸਾ ਲੈਣੇ ਨੇ। ਸੋ ਡੈਬਿਟ ਕ੍ਰੈਡਿਟ ਕਰਨ ਲਈ ਪਹਿਲਾਂ ਦੇਖਣਾ ਕੀ ਆ ਕਿ ਅਕਾਊਂਟ ਕਿਹੜਾ ਹੈ, ਪਰਸਨਲ ਹੈ, ਰੀਅਲ ਹੈ ਜਾਂ ਨੋਮੀਨਲ ਹੈ। ਹੁਣ ਅਸੀਂ ਦੇਖਦੇ ਹਾਂ ਕਿ ਜੇ ਪਰਸਨਲ ਅਕਾਊਂਟ ਆ ਫਿਰ ਅਸੀਂ ਡੈਬਿਟ ਕਿਹਨੂੰ ਕਰਨਾ, ਕ੍ਰੈਡਿਟ ਕਿਹਨੂੰ ਕਰਨਾ। ਡੈਬਿਟ ਦਾ ਰਿਸੀਵਰ, ਕ੍ਰੈਡਿਟ ਦਾ ਗਿਵਰ। ਜੇ ਕੋਈ ਪਰਸਨ ਪ੍ਰਾਪਤ ਕਰ ਰਿਹਾ, ਰਿਸੀਵ ਕਰ ਰਿਹਾ, ਉਹਨੂੰ ਡੈਬਿਟ ਕਰ ਦੇਣਾ। ਜਿਹੜਾ ਦੇ ਰਿਹਾਗਾ, ਗਿਵਰ ਹੈਗਾ, ਉਹਨੂੰ ਕ੍ਰੈਡਿਟ ਕਰ ਦੇਣਾ। ਦੇਖਣਾ ਕਿਹਦੇ ਨਜ਼ਰੀਏ ਤੋਂ ਆ? ਬਿਜ਼ਨਸ ਦੇ, ਆਪਣੇ ਨਿੱਜੀ ਨਜ਼ਰੀਏ ਤੋਂ ਨਹੀਂ ਦੇਖਣਾ, ਐਜ਼ ਅ ਇੰਡੀਵਿਜੂਅਲ ਨਹੀਂ ਦੇਖਣਾ। ਦੇਖਣਾ ਕਿਹੜੇ ਨਜ਼ਰੀਏ ਤੋਂ ਆ? ਬਿਜ਼ਨਸ ਦੇ ਨਜ਼ਰੀਏ ਤੋਂ ਦੇਖਣਾ ਤੁਸੀਂ ਸਾਰੀ ਗੱਲ ਨੂੰ, ਔਰ ਉਹਦੇ ਮੁਤਾਬਕ ਤੁਸੀਂ ਕੰਮ ਕਰਨਾ। ਡੈਬਿਟ ਦਾ ਰਿਸੀਵਰ, ਜਿਹੜਾ ਪ੍ਰਾਪਤ ਕਰ ਰਿਹਾ ਉਹਨੂੰ ਡੈਬਿਟ, ਜਿਹੜਾ ਗਿਵਰ ਹੈ, ਦੇਣ ਵਾਲਾ ਹੈ, ਉਹਨੂੰ ਕ੍ਰੈਡਿਟ। ਸਪੋਜ਼ ਮੈਂ ਤੁਹਾਨੂੰ ਉਦਾਹਰਨ ਦੇਵਾਂ ਕਿ ਮਿਸਟਰ ਜਗਦੀਸ਼ ਨੇ 500 ਰੁਪਏ ਪ੍ਰਾਪਤ ਕੀਤੇ। ਅਸੀਂ ਜਗਦੀਸ਼ ਨੂੰ 500 ਰੁਪਇਆ ਦਿੱਤਾ ਵਪਾਰ ਨੇ, ਤਾਂ ਇਹਦਾ ਮਤਲਬ ਜਗਦੀਸ਼ ਕੀ ਹੋ ਗਿਆ? ਇੱਥੇ ਰਿਸੀਵਰ ਹੋ ਗਿਆ। ਜਗਦੀਸ਼ ਨੂੰ ਕੀ ਕਰਾਂਗੇ? ਡੈਬਿਟ। ਜੇ ਸਾਨੂੰ ਆ ਜੇ ਕਿ ਜਗਦੀਸ਼ ਨੇ ਸਾਨੂੰ 500 ਰੁਪਏ ਦਿੱਤੇ, ਹੁਣ ਜਗਦੀਸ਼ ਕੀ ਹੋ ਗਿਆ? ਇੱਥੇ ਗਿਵਰ ਹੋ ਗਿਆ। ਤਾਂ ਹੁਣ ਜਗਦੀਸ਼ ਨੂੰ ਕੀ ਕਰਾਂਗੇ? ਕ੍ਰੈਡਿਟ। ਸੋ ਜਦੋਂ ਵੀ ਕੋਈ ਵਿਅਕਤੀ ਰਿਸੀਵਰ ਆ ਉਹਨੂੰ ਡੈਬਿਟ, ਜਦੋਂ ਗਿਵਰ ਆ ਕ੍ਰੈਡਿਟ। ਜਿਵੇਂ ਅਸੀਂ ਬੈਂਕ 'ਚ ਪੈਸੇ ਜਮ੍ਹਾਂ ਕਰਾ ਕੇ ਆਉਨੇ ਆ, ਹੁਣ ਬੈਂਕ ਵੀ ਪਰਸਨਲ ਅਕਾਊਂਟ ਆ। ਇਹਦਾ ਮਤਲਬ ਜਦੋਂ ਬੈਂਕ 'ਚ ਪੈਸੇ ਜਮ੍ਹਾਂ ਕਰਾਉਨੇ ਆ ਤਾਂ ਬੈਂਕ ਨੂੰ ਕੀ ਕਰਾਂਗੇ? ਅਸੀਂ ਡੈਬਿਟ ਕਰਾਂਗੇ। ਜੇ ਬੈਂਕ 'ਚੋਂ ਪੈਸੇ ਕਢਾ ਕੇ ਲਿਆਉਨੇ ਆ ਤਾਂ ਅਸੀਂ ਆਪਣੀਆਂ ਕਿਤਾਬਾਂ 'ਚ ਫਿਰ ਬੈਂਕ ਨੂੰ ਕੀ ਕਰਾਂਗੇ? ਕ੍ਰੈਡਿਟ, ਕਿਉਂਕਿ ਹੁਣ ਬੈਂਕ ਕੀ ਬਣ ਗਿਆ? ਗਿਵਰ। ਜਦੋਂ ਬੈਂਕ ਰਿਸੀਵਰ ਆ ਡੈਬਿਟ, ਜਦੋਂ ਬੈਂਕ ਗਿਵਰ ਆ ਉਹਨੂੰ ਕ੍ਰੈਡਿਟ ਕਰ ਦੇਣਾ। ਸੋ ਯਾਦ ਰੱਖਣਾ, ਪਹਿਲਾ ਰੂਲ ਡੈਬਿਟ ਦਾ ਰਿਸੀਵਰ, ਕ੍ਰੈਡਿਟ ਦਾ ਗਿਵਰ in case of personal accounts. So in case of personal accounts we are to debit the receiver, credit the giver.
ਦੂਜੇ ਸਾਡੇ ਅਕਾਊਂਟ ਆਉਂਦੇ ਨੇ ਰੀਅਲ ਅਕਾਊਂਟਸ। ਜਿਹੜੇ ਖਾਤੇ ਕਾਹਦੇ ਸੀ ਪਹਿਲਾਂ? ਸੰਪਤੀਆਂ ਦੇ ਖਾਤੇ। ਮੈਂ ਤੁਹਾਨੂੰ ਦੱਸਿਆ ਸੀ ਪਹਿਲੇ ਲੈਕਚਰ 'ਚ, ਟੈਂਜੀਬਲ ਐਸੈਟਸ, ਇਨਟੈਂਜੀਬਲ ਦੇ। ਤੋ ਰੀਅਲ ਅਕਾਊਂਟ ਵੀ ਉਸੇ ਰੂਪ ਦੇ ਵਿੱਚ ਹੀ ਸੀ, ਟੈਂਜੀਬਲ ਤੇ ਇਨਟੈਂਜੀਬਲ ਨੂੰ ਅਸੀਂ ਵਿੱਚ ਕਵਰ ਕਰਦੇ ਸੀ। ਤਾਂ ਰੀਅਲ ਅਕਾਊਂਟ ਦੇ ਸਿਲਸਿਲੇ 'ਚ ਕੀ ਕਰਨਾ? ਡੈਬਿਟ ਬਟ ਕਮਸ ਇਨ, ਕ੍ਰੈਡਿਟ ਬਟ ਗੋਜ਼ ਆਊਟ। ਜੋ ਕੁਝ ਵਪਾਰ 'ਚ ਆਉਂਦਾ, ਜਿਹੜੀ ਵੀ ਐਸੈਟ ਵਪਾਰ 'ਚ ਆਉਂਦੀ ਆ, ਉਸ ਐਸੈਟ ਨੂੰ ਡੈਬਿਟ, ਤੇ ਜਿਹੜੀ ਐਸੈਟ ਵਪਾਰ 'ਚੋਂ ਜਾਂਦੀ ਆ ਉਹਨੂੰ ਕ੍ਰੈਡਿਟ। ਤੁਸੀਂ ਫਰਨੀਚਰ ਖਰੀਦਿਆ, ਹੁਣ ਫਰਨੀਚਰ ਕੀ ਆ? ਐਸੈਟ ਆ ਤੁਹਾਡੀ। ਫਰਨੀਚਰ ਤੁਹਾਡੇ ਕੋਲੇ ਆਇਆ, ਫਰਨੀਚਰ ਨੂੰ ਕੀ ਕਰ ਦਾਂਗੇ? ਡੈਬਿਟ ਕਰ ਦਾਂਗੇ। ਤੁਸੀਂ ਫਰਨੀਚਰ ਵੇਚਤਾ ਦੁਕਾਨ 'ਚੋਂ, ਖਰਾਬ ਹੋ ਗਿਆ ਸੀ, ਹੁਣ ਫਰਨੀਚਰ ਕੀ ਹੋਇਆ ਤੁਹਾਡੇ ਕੋਲੋਂ? ਚਲਾ ਗਿਆ, ਤਾਂ ਹੁਣ ਫਰਨੀਚਰ ਨੂੰ ਕੀ ਕਰਾਂਗੇ? ਕ੍ਰੈਡਿਟ। ਸੋ ਜੇ ਕੋਈ ਐਸੈਟ ਬਿਜ਼ਨਸ ਵਿੱਚ ਆਉਂਦੀ ਆ ਉਹਨੂੰ ਕੀਤਾ ਜਾਂਦਾ ਡੈਬਿਟ, ਤੇ ਜੇ ਕੋਈ ਐਸੈਟ ਬਿਜ਼ਨਸ 'ਚੋਂ ਜਾਂਦੀ ਆ ਉਹਨੂੰ ਕੀਤਾ ਜਾਂਦਾ ਕ੍ਰੈਡਿਟ। ਸੋ ਯਾਦ ਰੱਖਣਾ, ਰੀਅਲ ਅਕਾਊਂਟ ਸੰਪਤੀਆਂ ਦਾ ਖਾਤਾ, ਇਹਦੇ ਸਿਲਸਿਲੇ 'ਚ ਜਿਹੜੀ ਐਸੈਟ ਬਿਜ਼ਨਸ 'ਚ ਆਊਗੀ ਉਹਨੂੰ ਡੈਬਿਟ ਕੀਤਾ ਜਾਊਗਾ, ਜਿਹੜੀ ਐਸੈਟ ਬਿਜ਼ਨਸ ਦੇ ਵਿੱਚੋਂ ਜਾਊਗੀ ਉਹਨੂੰ ਕ੍ਰੈਡਿਟ ਕੀਤਾ ਜਾਊਗਾ। ਤੇ ਤੀਜਾ ਸੀ ਸਾਡਾ ਨੋਮੀਨਲ ਅਕਾਊਂਟਸ। ਨੋਮੀਨਲ ਅਕਾਊਂਟ ਕਿਹੜੇ ਸੀਗੇ? ਸਾਰੇ ਖਰਚਿਆਂ ਦੇ ਖਾਤੇ, ਆਮਦਨਾਂ ਦੇ ਖਾਤੇ, ਘਾਟਿਆਂ ਦੇ ਖਾਤੇ। ਤਾਂ ਇਹਦੇ ਵਿੱਚ ਬੜਾ ਕਲੀਅਰ ਹੈਗਾ ਕਿ ਡੈਬਿਟ ਆਲ ਐਕਸਪੈਂਸਸ ਐਂਡ ਲਾਸਸ, ਕ੍ਰੈਡਿਟ ਆਲ ਇਨਕਮਸ ਐਂਡ ਗੇਨਸ। ਜੇ ਕੋਈ ਖਰਚਾ ਹੋ ਗਿਆ, ਜੇ ਕੋਈ ਨੁਕਸਾਨ ਹੋਇਆ ਉਹਨੂੰ ਡੈਬਿਟ, ਜੇ ਕੋਈ ਆਮਦਨ ਹੋਈ ਆ, ਮੁਨਾਫਾ ਹੋਇਆ ਉਹਨੂੰ ਕ੍ਰੈਡਿਟ। ਤੁਸੀਂ ਸੈਲਰੀ ਦਿੱਤੀ, ਕੀ ਆ ਤੁਹਾਡਾ? ਖਰਚਾ, ਡੈਬਿਟ ਕਰ ਦਿਓ। ਵੇਜਸ ਦਿੱਤੇ, ਕੀ ਆ? ਖਰਚਾ, ਡੈਬਿਟ ਕਰ ਦਿਓ। ਰੈਂਟ ਦਿੱਤਾ, ਤੁਹਾਡਾ ਖਰਚਾ ਹੈ, ਡੈਬਿਟ ਕਰ ਦਿਓ। ਤੁਹਾਡੇ ਕੋਈ ਬੈਡ ਡੈਟਸ ਪੈ ਗਏ, ਪੈਸੇ ਡੁੱਬ ਗਏ, ਲਾਸ ਹੋ ਗਿਆ, ਡੈਬਿਟ ਕਰ ਦਿਓ। ਇਦਾਂ ਹੀ ਤੁਹਾਨੂੰ ਕੋਈ ਕਮਿਸ਼ਨ ਮਿਲਿਆ, ਕਮਿਸ਼ਨ ਮਿਲ ਗਿਆ, ਤੁਹਾਡੀ ਇਨਕਮ ਹੋ ਗਈ, ਕ੍ਰੈਡਿਟ ਕਰ ਦਿਓ। ਤੁਸੀਂ ਕੋਈ ਇੰਟਰਸਟ ਰਿਸੀਵ ਕੀਤਾ ਕਿਤੋਂ, ਇੰਟਰਸਟ ਤੁਹਾਡੀ ਕੀ ਹੋ ਗਈ? ਇਨਕਮ ਹੋ ਗਈ, ਇਹਨੂੰ ਕ੍ਰੈਡਿਟ ਕਰ ਦਿਓ। ਸੋ ਇਸ ਤਰੀਕੇ 'ਚ ਤੁਸੀਂ ਕਰਨਾ। ਪਹਿਲਾ ਕੰਮ ਕੀ ਕਰਨਾ? ਜਦੋਂ ਤੁਹਾਨੂੰ ਕੋਈ ਸਟੇਟਮੈਂਟ ਦਿੱਤੀ ਹੋ, ਤੁਸੀਂ ਇਹ ਪਹਿਚਾਨਣਾ ਕਿ ਇਹ ਸਟੇਟਮੈਂਟ ਦੇ ਵਿੱਚ ਜਿਹੜੇ ਇਨਵੋਲਡ ਨੇ, ਦੋ ਤਰ੍ਹਾਂ ਦੇ ਅਕਾਊਂਟ ਇਨਵੋਲਡ ਹੋਣਗੇ, ਕਿਉਂਕਿ ਟ੍ਰਾਂਜੈਕਸ਼ਨ ਦੋ ਹੋਣੀਆਂ ਨੇ। ਇੱਕ ਚੀਜ਼ ਡੈਬਿਟ ਹੋਣੀ ਆ, ਉਹਦੇ ਬਰਾਬਰ ਦੀ ਚੀਜ਼ ਕ੍ਰੈਡਿਟ ਹੋਣੀ ਹੈ। ਇਹਨੂੰ ਅਸੀਂ ਡਬਲ ਐਂਟਰੀ ਸਿਸਟਮ ਆਫ ਬੁੱਕ ਕੀਪਿੰਗ ਕਹਿੰਦੇ ਆ। ਮੈਂ ਤੁਹਾਨੂੰ ਬਾਅਦ ਦੇ ਲੈਕਚਰ ਵਿੱਚ ਸਮਝਾਵਾਂਗਾ। ਡਬਲ ਐਂਟਰੀ ਸਿਸਟਮ ਆਫ ਬੁੱਕ ਕੀਪਿੰਗ ਆ। ਭਾਵ ਕੀ ਆ? ਜਿੰਨਾ ਡੈਬਿਟ ਹੋਏਗਾ ਉਹਦੇ ਬਰਾਬਰ ਦਾ ਕ੍ਰੈਡਿਟ ਹੋਏਗਾ, ਕਰਨਾ ਹੀ ਪਏਗਾ, ਤਾਂ ਐਂਟਰੀ ਪੂਰੀ ਹੋਣੀ ਹੈ। ਇਹਨੂੰ ਅਸੀਂ ਐਂਟਰੀ ਕਹਾਂਗੇ ਜਿਹੜੀ ਕਰਾਂਗੇ। ਇੱਕ ਚੀਜ਼ ਨੂੰ ਡੈਬਿਟ ਕਰਾਂਗੇ, ਉਹਦੇ ਬਰਾਬਰ ਦੂਜੀ ਚੀਜ਼ ਕ੍ਰੈਡਿਟ ਹੋ। ਤਾਂ ਤੁਸੀਂ ਲੱਭਣਾ ਕੀ ਹੈ ਟ੍ਰਾਂਜੈਕਸ਼ਨ ਦੇ ਵਿੱਚੋਂ ਕਿ ਦੋ ਅਕਾਊਂਟ ਕਿਹੜੇ-ਕਿਹੜੇ ਇਨਵੋਲਡ ਨੇ, ਪਰਸਨਲ ਅਕਾਊਂਟ ਆ ਜਾਂ ਰੀਅਲ ਅਕਾਊਂਟ ਨੇ ਜਾਂ ਨੋਮੀਨਲ ਅਕਾਊਂਟ ਨੇ। ਜਦੋਂ ਤੁਸੀਂ ਇਹ ਲੱਭ ਲਿਆ, ਫਿਰ ਆ ਫਾਰਮੂਲਾ ਲਾ ਦੇਣਾ। ਪਰਸਨਲ ਅਕਾਊਂਟ ਲਈ ਕੀ ਆ? ਡੈਬਿਟ ਦਾ ਰਿਸੀਵਰ, ਕ੍ਰੈਡਿਟ ਦਾ ਗਿਵਰ। ਰੀਅਲ ਅਕਾਊਂਟ ਲਈ ਕੀ ਆ? ਡੈਬਿਟ ਬਟ ਕਮਸ ਇਨ, ਕ੍ਰੈਡਿਟ ਬਟ ਗੋਜ਼ ਆਊਟ। ਨੋਮੀਨਲ ਲਈ ਕੀ ਆ? ਡੈਬਿਟ ਆਲ ਐਕਸਪੈਂਸਸ ਐਂਡ ਲਾਸਸ, ਕ੍ਰੈਡਿਟ ਆਲ ਇਨਕਮਸ ਐਂਡ ਗੇਨਸ। ਸਾਰੇ ਖਰਚੇ ਨੁਕਸਾਨ ਡੈਬਿਟ, ਆਮਦਨਾ ਮੁਨਾਫੇ ਕ੍ਰੈਡਿਟ। ਜਿਹੜੀ ਐਸਟ ਜਾਂਦੀ ਆ ਉਹਨੂੰ ਕ੍ਰੈਡਿਟ ਕਰ ਦੇਣਾ, ਜਿਹੜੀ ਬਿਜ਼ਨਸ 'ਚ ਆਉਂਦੀ ਆ ਉਹਨੂੰ ਡੈਬਿਟ ਕਰ ਦੇਣਾ। ਜਿਹੜਾ ਰਿਸੀਵਰ ਆ ਉਹਨੂੰ ਡੈਬਿਟ ਕਰਨਾ, ਜਿਹੜਾ ਗਿਵਰ ਆ ਉਹਨੂੰ ਕ੍ਰੈਡਿਟ ਕਰਨਾ। ਸੋ ਇਸ ਲੈਕਚਰ ਦੇ ਵਿੱਚ ਤੁਸੀਂ ਇਹ ਦੱਸੀਆਂ ਹੋਈਆਂ ਚੀਜ਼ਾਂ ਨੂੰ ਇੱਕ ਵਾਰੀ ਦਿਮਾਗ ਵਿੱਚ ਵਸਾ ਲਓ। ਫਿਰ ਅਗਲੇ ਲੈਕਚਰ ਤੋਂ ਮੈਂ ਤੁਹਾਡੇ ਨਾਲ ਜਰਨਲ ਐਂਟਰੀਆਂ ਕਰਨੀਆਂ ਸ਼ੁਰੂ ਕਰਾਂਗਾ। ਆਪਣੀ ਕਿਤਾਬ ਖੋਲ ਕੇ ਇੱਕ ਵਾਰੀ ਇਹਨਾਂ ਚੀਜ਼ਾਂ ਨੂੰ ਧਿਆਨ ਨਾਲ, ਡਿਟੇਲ ਨਾਲ ਪੜ੍ਹ ਲਵੋ, ਤੇ ਅਗਲੇ ਲੈਕਚਰ ਤੋਂ ਫਿਰ ਅਸੀਂ ਇਹ ਸਾਰੀਆਂ ਐਂਟਰੀਜ਼ ਸ਼ੁਰੂ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਗॉड ਬਲੈਸ ਯੂ। ਔਰ ਹਾਂ, ਯਾਦ ਰੱਖਿਓ ਕਿ ਜੇਕਰ ਤੁਸੀਂ ਅਜੇ ਤੱਕ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਿਰਜਣਾ ਟੀਵੀ YouTube ਦੇ ਉੱਤੇ ਜਾ ਕੇ ਸਬਸਕ੍ਰਾਈਬ ਕਰੋ, ਨੋਟੀਫਿਕੇਸ਼ਨ ਬੈਲ ਦਬਾਓ ਔਰ ਵੀਡੀਓ ਦੇਖੋ, ਅਕਾਊਂਟਿੰਗ ਦੇ ਵੀਡੀਓਜ਼ ਦੇਖੋ। ਇਸ ਤੋਂ ਇਲਾਵਾ ਦੂਜੀਆਂ ਵੀਡੀਓਜ਼ ਜੋ ਮੋਟੀਵੇਸ਼ਨ ਨਾਲ ਸੰਬੰਧਿਤ ਨੇ, ਤੁਹਾਡੇ ਜੀਵਨ ਜਾਂਚ ਨਾਲ ਸੰਬੰਧਿਤ ਨੇ, ਉਹਨਾਂ ਨੂੰ ਵੀ ਦੇਖਦੇ ਰਹੋ। ਸਟੇ ਬਲੈਸਡ, ਸਟੇ ਹੈਪੀ।